प्यारे बच्चों, इस वीडियो राही असी श्रेणी 8वीं पाठ नंबर 24 संविधान ਅਤੇ ਕਾਨੂੰਨ कॉन्स्टिट्यूशन एंड ला ਦੇ क्वेश्चन आंसर अंग्रेजी ਅਤੇ ਪੰਜਾਬੀ ਦੋਵਾਂ ਹੀ ਮਾਧਿਅਮ ਰਾਹੀਂ ਕਰਾਂਗੇ ਤਾਂ ਜੋ ਦੋਵਾਂ ਹੀ ਮਾਧਿਅਮਾਂ ਵਾਲੇ ਵਿਦਿਆਰਥੀ ਆਪਣਾ ਆਪਣਾ ਕੰਮ ਕਰ ਸਕਣ। ਜਿਵੇਂ ਕਿ ਪਹਿਲਾ ਕੁਐਸਚਨ ਹੈ, ਖਾਲਿਸਤਾਨ ਭਰੋ। ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। The Constitution of India was implemented on 26 ਜਨਵਰੀ 1950। ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ। ਇੱਥੇ ਇੱਕ ਗੱਲ ਕੁਐਸਚਨ ਕਈ ਵਾਰ ਬੱਚੇ ਕਨਫਿਊਜ਼ ਹੋ ਜਾਂਦੇ ਨੇ ਕਿ 26 ਨਵੰਬਰ 1949 ਨੂੰ ਕੀ ਹੋਇਆ ਸੀ। ਤਾਂ ਇਹ ਦੋਨੇ ਤਰੀਕਾਂ ਕਨਫਿਊਜ਼ ਕਰਦੀਆਂ ਬੱਚਿਆਂ ਨੂੰ। ਤਾਂ 26 ਨਵੰਬਰ 1949 ਨੂੰ ਤਾਂ ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ। ਭਾਵ 26 ਨਵੰਬਰ 1949 ਨੂੰ ਤਾਂ ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ, ਪਰ ਉਸ ਤਿਆਰ ਹੋਏ ਸੰਵਿਧਾਨ ਨੂੰ ਲਾਗੂ 26 ਜਨਵਰੀ 1950 ਨੂੰ ਕੀਤਾ ਸੀ। ਇਹ ਦੋਨਾਂ ਕੁਐਸਚਨਾਂ ਵਿੱਚ ਫਰਕ ਹੈ। ਜੇਕਰ ਤੁਹਾਨੂੰ ਆ ਜੇ ਕਿ ਭਾਰਤੀ ਸੰਵਿਧਾਨ ਤਿਆਰ ਕਦੋਂ ਹੋ ਗਿਆ ਸੀ ਤਾਂ 26 ਨਵੰਬਰ 1949 ਨੂੰ, ਅਤੇ ਲਾਗੂ ਕਦੋਂ ਹੋਇਆ 26 ਜਨਵਰੀ 1950 ਨੂੰ। ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਸਨ। ਡਾਕਟਰ ਰਾਜਿੰਦਰ ਪ੍ਰਸਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ ਅਤੇ ਸੰਵਿਧਾਨ ਸਭਾ ਦੇ ਪਹਿਲੇ ਪ੍ਰਧਾਨ ਵੀ, ਸੰਵਿਧਾਨ ਸਭਾ ਦੇ ਜੋ ਸਥਾਈ ਪਹਿਲੇ ਅਤੇ ਆਖਰੀ ਕਹਿ ਸਕਦੇ ਹਾਂ, ਤਾਂ ਸੰਵਿਧਾਨ ਸਭਾ ਦੇ ਜੋ ਸਥਾਈ ਪ੍ਰਧਾਨ ਸਨ ਉਹ ਵੀ ਡਾਕਟਰ ਰਾਜਿੰਦਰ ਪ੍ਰਸਾਦ ਹੀ ਸਨ। ਦਾਜ ਰੋਕੂ ਕਾਨੂੰਨ 1961 ਵਿੱਚ ਬਣਿਆ। The law against dowry was enacted in 1961। ਦਾਜ ਰੋਕੂ ਕਾਨੂੰਨ 1961 ਦੇ ਵਿੱਚ ਬਣਿਆ। ਭਾਰਤੀ ਸੰਵਿਧਾਨ 2 ਸਾਲ 11 ਮਹੀਨੇ ਅਤੇ 18 ਦਿਨ ਵਿੱਚ ਤਿਆਰ ਕੀਤਾ ਗਿਆ। The Constitution of India was prepared in 2 years 11 months and 18 days। ਭਾਰਤ ਦਾ ਸੰਵਿਧਾਨ 2 ਸਾਲ 11 ਮਹੀਨੇ ਅਤੇ 18 ਦਿਨਾਂ ਵਿੱਚ ਤਿਆਰ ਕੀਤਾ ਗਿਆ। ਭਰੂਣ ਹੱਤਿਆ ਦਾ ਮੂਲ ਕਾਰਨ, ਜੋ ਭਰੂਣ ਹੱਤਿਆ ਹੈ ਬੱਚੇ, ਕਿਉਂਕਿ ਜਦੋਂ ਕੋਈ ਔਰਤ ਗਰਭਵਤੀ ਹੁੰਦੀ ਹੈ ਤਾਂ ਉਸ ਦਾ ਪਹਿਲਾਂ ਹੀ ਗਰਭ ਨਿਰਧਾਰਨ ਟੈਸਟ ਕਰਾਇਆ ਜਾਂਦਾ ਹੈ। ਜੇਕਰ ਔਰਤ ਦੇ ਗਰਭ ਵਿੱਚ ਲੜਕੀ ਹੋਵੇ ਤਾਂ ਲੋਕ ਉਸ ਦੀ ਸਫਾਈ ਕਰਾ ਦਿੰਦੇ ਹਨ, ਜਿਸ ਨੂੰ ਭਰੂਣ ਹੱਤਿਆ ਕਿਹਾ ਜਾਂਦਾ ਹੈ। ਇਸ ਦਾ ਮੁੱਖ ਕਾਰਨ ਦਾਜ ਦੇਣ ਦੀ ਰੀਤ ਹੈ, ਕਿਉਂਕਿ ਜਦੋਂ ਮਾਂ-ਬਾਪ ਨੂੰ ਪਤਾ ਲੱਗਦਾ ਹੈ ਕਿ ਪੇਟ ਦੇ ਵਿੱਚ ਬੇਟੀ ਹੈ ਤਾਂ ਮਾਂ-ਬਾਪ ਉਸ ਨੂੰ ਪਹਿਲੇ ਹੀ ਉਸ ਦੀ ਪੇਟ ਦੇ ਵਿੱਚ ਹੀ ਸਫਾਈ ਕਰਾ ਦਿੰਦੇ ਹਨ। ਅਬੋਰਸ਼ਨ, ਜਿਹਨੂੰ ਇੰਗਲਿਸ਼ ਦੇ ਵਿੱਚ ਅਬੋਰਸ਼ਨ ਕਹਿੰਦੇ ਨੇ, ਅਬੋਰਸ਼ਨ ਕਰਾ ਦਿੰਦੇ ਹਨ, ਕਿਉਂਕਿ ਜੇ ਉਹਨਾਂ ਨੂੰ ਹੁੰਦਾ ਜੇ ਉਹਨਾਂ ਦੇ ਬੇਟੀ ਨੇ ਜਨਮ ਲਿਆ ਤਾਂ ਜਦੋਂ ਵੱਡੀ ਹੋਵੇਗੀ ਤਾਂ ਦਾਜ ਕੌਣ ਦੇਵੇਗਾ। ਤਾਂ ਦਾਜ ਪ੍ਰਥਾ ਸਭ ਤੋਂ ਵੱਡਾ ਕਲੰਕ ਹੈ, ਜੋ 1961 ਦੇ ਵਿੱਚ ਇੱਕ ਕਾਨੂੰਨ ਦੇ ਰਾਹੀਂ ਖਤਮ ਕੀਤਾ ਗਿਆ। ਭਾਵ ਦਾਜ ਦੇਣ ਅਤੇ ਦਾਜ ਲੈਣ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਤਾਂ ਦਾ ਮੇਨ ਕਾਜ਼ ਆਫ ਫੋਰਟੀਸਾਈਡ ਹੁੰਦਾ ਭਰੂਣ ਹੱਤਿਆ ਇਜ਼ ਅ ਡੋਰੀ ਕਸਟਮ। ਸਹੀ ਗਲਤ ਆ ਗਏ। ਡਾਂਡੀ ਨਾਮਕ ਸਥਾਨ 'ਤੇ ਗਾਂਧੀ ਜੀ ਨੇ ਨਮਕ ਕਾਨੂੰਨ ਤੋੜਿਆ। ਗਾਂਧੀ ਜੀ ਬਰੋਕ ਦਾ ਸਾਲਟ ਲਾ ਐਟ ਡਾਂਡੀ। ਇਹ ਸਹੀ ਹੈ। ਗਾਂਧੀ ਜੀ ਨੇ 5 ਅਪ੍ਰੈਲ 1930 ਨੂੰ ਡਾਂਡੀ ਜੋ ਗੁਜਰਾਤ ਦੇ ਵਿੱਚ ਹੈ, ਡਾਂਡੀ ਨਾਮਕ ਸਥਾਨ 'ਤੇ ਲੂਣ ਬਣਾ ਕੇ ਲੂਣ ਕਾਨੂੰਨ ਨੂੰ ਤੋੜਿਆ ਸੀ। ਕਿਉਂਕਿ ਇਸ ਤੋਂ ਪਹਿਲਾਂ ਇਕੱਲੇ ਅੰਗਰੇਜ਼ ਹੀ ਨਮਕ ਬਣਾ ਸਕਦੇ ਸਨ ਅਤੇ ਭਾਰਤੀਆਂ ਨੂੰ ਨਮਕ ਬਣਾਉਣ ਦੀ ਇਜਾਜ਼ਤ ਨਹੀਂ ਸੀ। ਤਾਂ ਗਾਂਧੀ ਜੀ ਨੇ, ਕਿਉਂਕਿ 1930 ਵਿੱਚ ਸਿਵਲ ਡਿਸਓਬੀਡੀਐਂਸ ਕਾਨੂੰਨ ਸਿਵਲ ਨਾਫਰਮਾਨੀ ਅੰਦੋਲਨ ਸ਼ੁਰੂ ਕੀਤਾ ਸੀ, ਜਿਸ ਦੇ ਤਹਿਤ ਇੱਥੋਂ ਹੀ ਉਹਨਾਂ ਨੇ ਇਸ ਸਿਵਲ ਨਾਫਰਮਾਨੀ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ।
5 ਅਪ੍ਰੈਲ 1930 ਨੂੰ ਡਾਂਡੀ ਨਾਮਕ, ਜੋ ਗੁਜਰਾਤ ਦੇ ਵਿੱਚ ਹੈ, ਡਾਂਡੀ ਨਾਮਕ ਸਥਾਨ 'ਤੇ ਨਮਕ ਬਣਾ ਕੇ ਅੰਗਰੇਜ਼ੀ ਸਰਕਾਰ ਦੇ ਨਮਕ ਕਾਨੂੰਨ ਨੂੰ ਤੋੜਿਆ ਸੀ। ਬੁਰੇ ਨਿਆਂਪਾਲਿਕਾ ਸੰਵਿਧਾਨ ਦੀ ਰੱਖਿਆ ਨਹੀਂ ਕਰਦੀ ਹੈ, ਗਲਤ ਹੈ। ਨਿਆਂਪਾਲਿਕਾ ਸੰਵਿਧਾਨ ਦੀ ਰੱਖਿਅਕ ਹੈ ਜਾਂ ਜੁਡੀਸ਼ਰੀ ਡਜ਼ ਨਾਟ ਪ੍ਰੋਟੈਕਟਡ ਕੌਂਸਟੀਟਿਊਸ਼ਨ, ਫਾਲਸ। ਭਾਰਤ ਵਿੱਚ ਕਾਨੂੰਨ ਦਾ ਸ਼ਾਸਨ ਚੱਲਦਾ ਹੈ, ਬਿਲਕੁਲ ਸਹੀ ਹੈ। ਦ ਰੂਲ ਆਫ ਲਾਅ ਰਨਸ ਥਰੂ ਇੰਡੀਆ। ਕਾਨੂੰਨ ਦਾ ਸ਼ਾਸਨ ਦਾ ਮਤਲਬ ਕੀ ਹੈ? ਜੋ ਕਾਨੂੰਨ ਬਣਿਆ, ਜੋ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ, ਉਹ ਸਾਰੇ ਲੋਕਾਂ ਦੇ ਲਈ ਬਰਾਬਰ ਹੈ। ਉਸ ਦੇ ਵਿੱਚ ਨਾ ਕੋਈ ਅਮੀਰ, ਨਾ ਕੋਈ ਗਰੀਬ, ਨਾ ਹੀ ਕੋਈ ਜਾਤ ਪਾਤ ਦਾ ਭੇਦਭਾਵ ਕੀਤਾ ਜਾਵੇਗਾ। ਮੰਨ ਲਓ ਜੇ ਇੱਕ ਅਮੀਰ ਘਰ ਦੇ ਪੁੱਤਰ ਨੇ ਕਿਸੇ ਦਾ ਕਤਲ ਕੀਤਾ ਹੈ, ਉਸ ਦੀ ਸਜ਼ਾ 5 ਸਾਲ ਹੈ, ਤਾਂ ਉਸ ਨੂੰ ਵੀ ਉਨੀ ਹੀ ਮਿਲੇਗੀ ਜੇਕਰ ਕੋਈ ਬਿਲਕੁਲ ਗਰੀਬ ਘਰ ਦਾ ਵਿਅਕਤੀ ਕਤਲ ਕਰਦਾ ਹੈ। ਭਾਵ ਕਾਨੂੰਨ ਦਾ ਸ਼ਾਸਨ ਹੈ, ਚਾਹੇ ਉੱਥੇ ਕੋਈ ਜੱਜ ਹੋਵੇ, ਚਾਹੇ ਉੱਥੇ ਕੋਈ ਭਿਖਾਰੀ ਹੋਵੇ, ਸਾਰੇ ਉੱਥੇ ਬਰਾਬਰ ਹੁੰਦੇ ਹਨ। ਜੋ ਵੀ ਅਪਰਾਧ ਦੀ ਸਜ਼ਾ ਹੈ ਉਹ ਸਾਰਿਆਂ ਨੂੰ ਬਰਾਬਰ ਮਿਲਦੀ ਹੈ। ਭਾਰਤ ਵਿੱਚ ਕਾਨੂੰਨ ਦਾ ਸ਼ਾਸਨ ਚੱਲਦਾ ਹੈ, ਠੀਕ ਹੈ। ਬੁਰੇ ਕਾਨੂੰਨਾਂ ਦੀ ਉਲੰਘਣਾ ਕਰਨੀ ਲੋਕਤੰਤਰੀ ਸਰਕਾਰ ਦੀ ਵਿਸ਼ੇਸ਼ਤਾ ਹੈ, ਇਹ ਬਿਲਕੁਲ ਸਹੀ ਹੈ। ਟੂ ਅਪੋਜ਼ ਬੈਡ ਲਾਜ਼ ਇਜ਼ ਦਾ ਫੀਚਰ ਆਫ ਡੈਮੋਕ੍ਰੇਸੀ। ਜੇਕਰ ਸਰਕਾਰ ਕੋਈ ਕਾਨੂੰਨ ਬਣਾਉਂਦੀ ਹੈ ਅਤੇ ਉਹ ਲੋਕਾਂ ਦੇ ਭਲੇ ਵਾਸਤੇ ਨਹੀਂ, ਤਾਂ ਲੋਕ ਉਸ ਦੀ ਉਲੰਘਣਾ ਕਰ ਸਕਦੇ ਹਨ। ਨਿਆਂਪਾਲਿਕਾ ਵੀ ਉਸ ਨੂੰ ਗੈਰ ਸੰਵਿਧਾਨਿਕ ਘੋਸ਼ਿਤ ਕਰ ਸਕਦੀ ਹੈ। ਕਾਨੂੰਨ ਅਨਿਸ਼ਚਿਤ ਨਿਯਮ ਹੁੰਦੇ ਹਨ, ਗਲਤ ਹੈ। ਕਾਨੂੰਨ ਤਾਂ ਡੈਫੀਨੇਟ ਹੁੰਦੇ ਨੇ, ਇਨਡੈਫੀਨੇਟ ਨਹੀਂ। ਕਾਨੂੰਨ ਨਿਸ਼ਚਿਤ ਹੁੰਦੇ ਹਨ, ਅਨਿਸ਼ਚਿਤ ਨਹੀਂ, ਇਸ ਲਈ ਇਹ ਗਲਤ ਹੈ। ਅੱਗੇ ਬਹੁਤ ਤੇ ਉੱਤਰਾਂ ਵਾਲੇ ਪ੍ਰਸ਼ਨ, MCQ ਆ ਗਏ, ਮਲਟੀਪਲ ਚੁਆਇਸ ਕੁਐਸਚਨ। ਭਾਰਤੀ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ? ਭਾਰਤੀ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਵੈਨ ਵਾਜ਼ ਦਾ ਇੰਡੀਅਨ ਕੌਂਸਟੀਟਿਊਟ ਇੰਪਲੀਮੈਂਟ? ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦੇ ਕੌਣ ਪ੍ਰਧਾਨ ਸਨ? ਡਾਕਟਰ BR ਅੰਬੇਦਕਰ। ਜੋ ਮਸੌਦਾ ਕਮੇਟੀ ਸੀ, ਇਸ ਦੇ ਕੁੱਲ ਮੈਂਬਰ 7 ਸਨ, ਜਿਸ ਦੀ ਸਥਾਪਨਾ ਭਾਰਤ ਦਾ ਸੰਵਿਧਾਨ ਬਣਾਉਣ ਦੇ ਲਈ 29 ਅਗਸਤ 1947 ਨੂੰ ਕੀਤੀ ਗਈ ਸੀ। ਅਤੇ ਇਸ 7 ਮੈਂਬਰੀ ਕਮੇਟੀ ਦੇ ਪ੍ਰਧਾਨ, ਮਸੌਦਾ ਕਮੇਟੀ ਦੇ ਪ੍ਰਧਾਨ ਡਾਕਟਰ BR ਅੰਬੇਦਕਰ ਸਨ। ਅਤੇ ਕਈ ਵਾਰ ਨਾ ਬੱਚੇ ਕਨਫਿਊਜ਼ ਹੋ ਜਾਂਦੇ ਨੇ ਕਿ ਸੰਵਿਧਾਨ ਸਭਾ ਦਾ ਪ੍ਰਧਾਨ ਜਾਂ ਸੰਵਿਧਾਨ ਸਭਾ ਦਾ ਮੈਂਬਰ, ਕਈ ਵਾਰ ਮਹਾਤਮਾ ਗਾਂਧੀ ਦਾ ਨਾਮ ਆ ਜਾਂਦਾ। ਅਤੇ ਕਈ ਵਾਰੀ ਕੁਐਸਚਨ ਇਹ ਵੀ ਆ ਜਾਂਦਾ ਹੈ, ਉਹ ਕਿਹੜਾ ਵਿਅਕਤੀ ਹੈ ਜਿਸ ਨੇ ਸੰਵਿਧਾਨ ਸਭਾ ਦੇ ਵਿੱਚ ਭਾਗ ਵੀ ਲਿਆ, ਅਤੇ ਜਾਤੀ ਪ੍ਰਥਾ ਦਾ ਵਿਰੋਧ ਵੀ ਕੀਤਾ ਸੀ। ਅਤੇ ਜਾਤੀ ਪ੍ਰਥਾ ਦਾ ਵਿਰੋਧ ਸੱਤਿਆਗ੍ਰਹਿ ਦੇ ਰੂਪ ਵਿੱਚ ਕੀਤਾ ਸੀ। ਆਮ ਤੌਰ 'ਤੇ ਬੱਚਿਆਂ ਦੇ ਮਨ ਵਿੱਚ ਹੁੰਦਾ ਹੈ ਕਿ ਜਿੰਨੇ ਸੱਤਿਆਗ੍ਰਹਿ ਹੋਏ ਭਾਰਤ ਦੇ ਵਿੱਚ, ਉਹ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਹੋਏ। ਪਰ ਡਾਕਟਰ BR ਅੰਬੇਦਕਰ ਨੇ ਵੀ ਨੀਵੀਂ ਜਾਤਾਂ ਦੇ ਪੱਖ ਵਿੱਚ, ਕਿਉਂਕਿ ਨੀਵੀਂ ਜਾਤੀਆਂ ਨੂੰ ਮੰਦਰ, ਖੂਹਾਂ, ਤਲਾਬਾਂ ਉੱਤੇ ਪਾਣੀ ਭਰਨ ਦੀ ਜਾਂ ਮੰਦਰਾਂ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ, ਤਾਂ ਡਾਕਟਰ BR ਅੰਬੇਦਕਰ ਨੇ ਨੀਵੀਂ ਜਾਤੀ ਦੇ ਲੋਕਾਂ ਦੇ ਪੱਖ ਵਿੱਚ ਸੱਤਿਆਗ੍ਰਹਿ ਕੀਤਾ ਸੀ। ਤਾਂ ਇਹ ਗੱਲ ਚੰਗੀ ਤਰ੍ਹਾਂ ਯਾਦ ਰੱਖਿਓ, ਜੇ ਕੁਐਸਚਨ ਆ ਜੇ ਉਹ ਕਿਹੜਾ ਵਿਅਕਤੀ ਹੈ ਜੋ ਸੰਵਿਧਾਨ ਸਭਾ ਦਾ ਮੈਂਬਰ ਵੀ ਸੀ ਅਤੇ ਉਸਨੇ ਸੱਤਿਆਗ੍ਰਹਿ ਵੀ ਕੀਤਾ ਸੀ, ਤਾਂ ਡਾਕਟਰ BR ਅੰਬੇਦਕਰ ਆਵੇਗਾ। ਕਿਉਂਕਿ ਮਹਾਤਮਾ ਗਾਂਧੀ ਜੀ ਨੇ ਸੱਤਿਆਗ੍ਰਹਿ ਤਾਂ ਕੀਤੇ ਸਨ, ਪਰ ਉਹ ਸੰਵਿਧਾਨ ਸਭਾ ਦੇ ਵਿੱਚ ਸ਼ਾਮਿਲ ਨਹੀਂ ਸਨ, ਕਿਉਂਕਿ ਉਹ ਤਾਂ ਭਾਰਤ ਦੀ ਵੰਡ, ਇਸ ਸੰਵਿਧਾਨ ਸਭਾ ਦਾ ਵਿਰੋਧ ਕਰ ਰਹੇ ਸਨ। ਉਹ ਕਹਿੰਦੇ ਸਨ ਕਿ ਭਾਰਤ ਨੂੰ 2 ਹਿੱਸਿਆਂ ਵਿੱਚ ਨਾ ਵੰਡੋ। ਹੇਠ ਲਿਖਿਆਂ ਵਿੱਚ ਭਾਰਤ 'ਚ ਕੌਣ ਸਰਵਉੱਚ ਹੈ? ਭਾਰਤ ਵਿੱਚ ਸਭ ਤੋਂ ਉੱਚਾ ਸੰਵਿਧਾਨ ਹੈ, ਨਿਆਂਪਾਲਿਕਾ ਨਹੀਂ ਹੈ, ਕਿਉਂਕਿ ਨਿਆਂਪਾਲਿਕਾ ਤਾਂ ਸੰਵਿਧਾਨ ਦੀ ਵਿਆਖਿਆ ਕਰਦੀ ਹੈ, ਨਿਆਂਪਾਲਿਕਾ ਤਾਂ ਸੰਵਿਧਾਨ ਦੀ ਰੱਖਿਅਕ ਹੈ। ਉਹ ਤਾਂ ਸੰਵਿਧਾਨ ਨੂੰ ਪੜ੍ਹ ਕੇ ਸੁਣਾਉਂਦੀ ਹੈ ਕਿ ਸੰਵਿਧਾਨ ਕੀ ਹੈ। ਤਾਂ ਸਭ ਤੋਂ ਉੱਚਾ ਸਾਡਾ ਸੰਵਿਧਾਨ ਹੈ, ਕੌਂਸਟੀਟਿਊਸ਼ਨ ਹੈ।
ਮਸੌਦਾ ਕਮੇਟੀ ਦੇ ਮੈਂਬਰਾਂ ਦੀ ਗਿਣਤੀ 7 ਮੈਂਬਰ ਸਨ, ਜਿਸ ਦੇ ਪ੍ਰਧਾਨ ਡਾਕਟਰ BR ਅੰਬੇਦਕਰ ਸਨ। 1 ਤੋਂ 15 ਸ਼ਬਦਾਂ ਵਿੱਚ ਉੱਤਰ ਦਿਓ। ਸੰਵਿਧਾਨ ਤੋਂ ਕੀ ਭਾਵ ਹੈ? ਸੰਵਿਧਾਨ ਉਹ ਕਾਨੂੰਨੀ ਦਸਤਾਵੇਜ਼ ਹੈ ਜਿਸ ਅਨੁਸਾਰ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ। What do you mean by constitution? Constitution is a legal document according to which the country is governed, ਜਿਸ ਨਾਲ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ। ਅਗਲਾ ਕੁਐਸਚਨ, ਸੰਵਿਧਾਨ 26 ਜਨਵਰੀ 1950 ਤੋਂ ਕਿਉਂ ਲਾਗੂ ਕੀਤਾ ਗਿਆ? Why was the constitution implemented on January 26, 1950? ਕਿਉਂਕਿ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ 26 ਜਨਵਰੀ 1930 ਨੂੰ ਪਹਿਲੀ ਵਾਰ ਸੁਤੰਤਰਤਾ ਦਿਵਸ ਮਨਾਇਆ ਗਿਆ ਸੀ। ਇਸ ਸੁਤੰਤਰਤਾ ਇਤਿਹਾਸਿਕ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਸੰਵਿਧਾਨ 26 ਜਨਵਰੀ 1950 ਤੋਂ ਲਾਗੂ ਕੀਤਾ ਗਿਆ ਸੀ, ਕਿਉਂਕਿ ਸਾਡਾ ਸੰਵਿਧਾਨ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ ਸੀ। ਕਿਉਂਕਿ 26 ਜਨਵਰੀ 1930 ਨੂੰ ਪਹਿਲੀ ਵਾਰੀ ਸੁਤੰਤਰਤਾ ਦਿਵਸ ਮਨਾਇਆ ਗਿਆ ਸੀ, ਤਾਂ ਇਸ 26 ਜਨਵਰੀ ਦੀ ਮਹੱਤਤਾ ਨੂੰ ਰੱਖਦੇ ਹੋਏ ਤਾਂ 26 ਨਵੰਬਰ ਤੋਂ ਬਾਅਦ ਦਸੰਬਰ ਦਾ ਮਹੀਨਾ ਸਾਰਾ ਕੱਢਿਆ ਗਿਆ। ਇਸ ਤਰੀਕ ਨੂੰ ਮੁੱਖ ਰੱਖਦੇ ਹੋਏ 26 ਜਨਵਰੀ 1950 ਤੋਂ ਲਾਗੂ ਕੀਤਾ ਗਿਆ। ਜਨਵਰੀ 26, 1930 was celebrated as Independence Day for the first time. Keeping in view this historical significance, the Constitution implemented on 26 January 1950. ਕਾਨੂੰਨ ਦੇ ਸ਼ਬਦੀ ਅਰਥ ਲਿਖੋ। ਕਾਨੂੰਨ ਸ਼ਬਦ ਦੀ ਉਤਪਤੀ ਟਿਟੋਨਿਕ ਸ਼ਬਦ ਲੈਗ ਤੋਂ ਹੋਈ ਹੈ, ਕਿਉਂਕਿ ਜੋ ਕਾਨੂੰਨ ਸ਼ਬਦ ਹੈ ਉਹ ਅੰਗਰੇਜ਼ੀ ਦੇ ਭਾਸ਼ਾ ਲਾ ਦਾ ਪੰਜਾਬੀ ਅਨੁਵਾਦ ਹੈ। ਜੋ ਕਾਨੂੰਨ ਸ਼ਬਦ ਹੈ ਉਹ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲਾ ਦਾ ਪੰਜਾਬੀ ਅਨੁਵਾਦ ਹੈ। ਜੋ ਲਾ ਸ਼ਬਦ ਹੈ ਉਸ ਦੀ ਉਤਪਤੀ ਟਿਟੋਨਿਕ ਸ਼ਬਦ ਲੈਗ ਤੋਂ ਹੋਈ ਹੈ, ਜਿਸ ਦਾ ਅਰਥ ਹੈ ਨਿਸ਼ਚਿਤ। ਇਸ ਲਈ ਕਾਨੂੰਨੀ ਸ਼ਬਦ ਦਾ ਅਰਥ ਕਿਸੇ ਵੀ ਨਿਸ਼ਚਿਤ ਨਿਯਮ ਤੋਂ ਹੈ। The word law is derived from the Teutonic word leg, which means definite. Thus we can say that law means a definite rule. ਕਾਨੂੰਨ ਦੀ ਕੀ ਅਹਿਮੀਅਤ ਹੈ? ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜਿਉਣ ਲਈ ਕਾਨੂੰਨ ਜ਼ਰੂਰੀ ਹੈ। Law is essential for good life. ਜਿਵੇਂ ਕਿ ਅਸੀਂ ਸਾਰੇ ਹੀ ਦੇਖਦੇ ਹਾਂ, ਸਾਡੇ ਘਰ ਦੇ ਵਿੱਚ ਹੀ ਦੇਖਦੇ ਹਾਂ, ਸਾਡੇ ਘਰ ਦਾ ਜੋ ਸਾਡਾ ਸਭ ਤੋਂ ਵੱਡਾ ਬਜ਼ੁਰਗ ਹੁੰਦਾ ਹੈ ਉਸ ਦੀ ਗੱਲ ਨੂੰ ਜ਼ਿਆਦਾ ਮੰਨਿਆ ਜਾਂਦਾ ਹੈ। ਫਿਰ ਘਰ ਦੇ ਵਿੱਚ ਨਿਯਮ ਹੁੰਦੇ ਨੇ ਵੀ ਇਹ ਵਿਅਕਤੀ ਇਹ ਕੰਮ ਕਰੇਗਾ, ਇਹ ਵਿਅਕਤੀ ਇਹ ਕੰਮ ਕਰੇਗਾ। ਜਿਵੇਂ ਘਰ ਦੇ ਵਿੱਚ ਜੋ ਮਰਦ ਹੁੰਦੇ ਹਨ ਉਹ ਬਾਹਰ ਦੇ ਕੰਮ ਕਰਦੇ ਹਨ, ਖੇਤੀਬਾੜੀ ਦਾ ਕੰਮ ਕਰਦੇ ਹਨ, ਆਪਣੀਆਂ ਦੁਕਾਨਾਂ 'ਤੇ ਜਾਂਦੇ ਹਨ। ਜੋ ਔਰਤਾਂ ਹੁੰਦੀਆਂ ਨੇ ਉਹ ਘਰ ਦਾ ਕੰਮ ਕਰਦੀਆਂ ਨੇ, ਰੋਟੀ ਪਾਣੀ ਦਾ ਕੰਮ ਕਰਦੀਆਂ ਨੇ। ਜੇਕਰ ਇਹ ਕਾਨੂੰਨ ਨਾ ਹੋਵੇ ਤਾਂ ਮਰਦ ਰੋਟੀ ਪਕਾਉਣ ਲੱਗ ਜਾਣ ਅਤੇ ਔਰਤਾਂ ਖੇਤੀਬਾੜੀ ਦਾ ਕੰਮ ਕਰਨ ਤਾਂ ਸਾਰਾ ਕੰਮ ਉਲਟ ਪੁਲਟ ਹੋ ਜਾਵੇਗਾ। ਤਾਂ ਕਾਨੂੰਨ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜਿਉਣ ਲਈ ਕਾਨੂੰਨ ਜ਼ਰੂਰੀ ਹੈ। ਜਿਵੇਂ ਸਾਡੇ ਸਕੂਲ ਦੇ ਵਿੱਚ ਹਰ ਇੱਕ ਚੀਜ਼ ਦਾ ਕਾਨੂੰਨ ਹੈ। ਜਿਵੇਂ ਸਵੇਰੇ ਸਾਡਾ ਸਕੂਲ 8 ਵਜੇ ਲੱਗਦਾ, 8 ਵਜੇ ਤੋਂ ਫਿਰ 8 ਵਜੇ ਸਾਡਾ ਪੀਅਨ ਘੰਟੀ ਮਾਰਦਾ ਅਤੇ ਫਿਰ ਪ੍ਰੇਅਰ ਹੁੰਦੀ ਆ। ਪ੍ਰੇਅਰ ਤੋਂ ਬਾਅਦ ਫਿਰ ਪਹਿਲਾ ਪੀਰੀਅਡ ਲੱਗਦਾ, ਦੂਸਰਾ ਪੀਰੀਅਡ ਲੱਗਦਾ, ਤੀਸਰਾ ਪੀਰੀਅਡ ਲੱਗਦਾ, ਫਿਰ ਬ੍ਰੇਕ ਹੁੰਦੀ ਆ, ਫਿਰ ਉਸ ਤੋਂ ਅਗਲਾ ਪੀਰੀਅਡ, ਫਿਰ ਛੁੱਟੀ। ਅਤੇ ਕਦੇ ਜੇਕਰ ਇਹ ਟਾਈਮ ਟੇਬਲ ਨਾ ਹੋਵੇ ਤਾਂ ਅਧਿਆਪਕ ਜਦੋਂ ਦਿਲ ਕਰੇ ਸਕੂਲ ਆਊਗਾ ਅਤੇ ਜਦੋਂ ਦਿਲ ਕਰੇ ਸਕੂਲ 'ਚੋਂ ਜਾਊਗਾ। ਇਸੇ ਤਰ੍ਹਾਂ ਵਿਦਿਆਰਥੀ ਜਦੋਂ ਦਿਲ ਕਰੂਗਾ, ਜੇ ਟਾਈਮ 8 ਵਜੇ ਦਾ ਤਾਂ ਵਿਦਿਆਰਥੀ ਮਰਜ਼ੀ ਨਾਲ 10 ਵਜੇ ਆਵੇਗਾ, ਅਤੇ ਵਿਦਿਆਰਥੀ ਦਾ ਦਿਲ ਕੀਤਾ 11 ਵਜੇ ਚਲਾ ਗਿਆ। ਤਾਂ ਫਿਰ ਕਾਹਦਾ ਕਾਨੂੰਨ? ਤਾਂ ਕਾਨੂੰਨ ਦਾ ਮਤਲਬ ਹੀ ਇਹ ਹੈ ਕਿ ਜ਼ਿੰਦਗੀ ਸਮੂਥਲੀ ਢੰਗ ਨਾਲ ਜੀ ਸਕੇ। ਸਾਡਾ ਸਮਾਜ ਕਾਨੂੰਨ ਅਨੁਸਾਰ ਹੀ ਚੱਲਦਾ ਹੈ। ਆਵਰ ਸੋਸਾਇਟੀ ਇਜ਼ ਗਵਰਨਡ ਬਾਏ ਦਾ ਲਾ। ਜੇਕਰ ਅਸੀਂ ਦੇਖੀਏ ਸਵੇਰੇ ਸੂਰਜ ਚੜ੍ਹਦਾ ਅਤੇ ਸ਼ਾਮ ਨੂੰ ਛਿਪਦਾ। ਜੇਕਰ ਸੂਰਜ 1 ਮਹੀਨਾ ਨਿਕਲੇ ਹੀ ਨਾ ਤਾਂ ਦੇਖੋ ਕੀ ਹੋਊਗਾ, ਜਾਂ ਸੂਰਜ 1 ਮਹੀਨਾ ਸ਼ਾਮ ਨੂੰ ਛਿਪੇ ਹੀ ਨਾ ਤਾਂ ਰਾਤ ਹੋਣੀ ਨਹੀਂ। ਤਾਂ ਹਰ ਇੱਕ ਜੋ ਸਾਡੀ ਕੁਦਰਤ ਹੈ ਉਸ ਦਾ ਵੀ ਨਿਯਮ ਹੈ।
ਹਰ ਇੱਕ ਚੀਜ਼ ਨਿਯਮ ਅਨੁਸਾਰ ਚੱਲਦੀ ਹੈ, ਨਿਯਮ ਤੋਂ ਅਨੁਸਾਰ ਬਾਹਰ ਕੁਝ ਵੀ ਨਹੀਂ ਹੈ। ਸਾਡੇ ਸਕੂਲ ਦੇ ਸਾਰੇ ਕੰਮ ਵੀ ਕਾਨੂੰਨ ਅਨੁਸਾਰ ਹੁੰਦੇ ਹਨ। ਆਲ ਆਵਰ ਸਕੂਲ ਐਕਟੀਵਿਟੀਜ਼ ਆਰ ਇਨ ਅਕੋਰਡੈਂਸ ਵਿਦ ਦਾ ਲਾਅ। ਸਮਾਜ ਦੀਆਂ ਬੁਰਾਈਆਂ ਵੀ ਕਾਨੂੰਨ ਬਣਾ ਕੇ ਹੀ ਸਮਾਪਤ ਕੀਤੀਆਂ ਜਾਂਦੀਆਂ ਹਨ, ਜਿਵੇਂ ਦਾਜ ਰੋਕੂ ਕਾਨੂੰਨ। ਜੋ ਸਮਾਜ ਦੇ ਵਿੱਚ ਬੁਰਾਈਆਂ ਪ੍ਰਚਲਿਤ ਨੇ, ਇਸ ਤਰ੍ਹਾਂ ਉਹਨਾਂ 'ਤੇ ਕੋਈ ਅਮਲ ਨਹੀਂ ਕਰਦਾ, ਤਾਂ ਫਿਰ ਉਹਨਾਂ ਨੂੰ ਹਟਾਉਣ ਦੇ ਲਈ ਕਾਨੂੰਨ ਬਣਦੇ ਹਨ। ਤਾਂ ਉਹ ਕਾਨੂੰਨਾਂ ਦੇ ਅਨੁਸਾਰ ਹੀ ਉਹ ਬੁਰਾਈਆਂ ਨੂੰ ਸਮਾਪਤ ਕੀਤਾ ਜਾਂਦਾ। ਜਿਵੇਂ 1829 ਦੇ ਵਿੱਚ ਸਤੀ ਪ੍ਰਥਾ, ਕਿਉਂਕਿ ਜੇ ਕਿਸੇ ਔਰਤ ਦਾ ਪਤੀ ਮਰ ਜਾਂਦਾ ਸੀ ਤਾਂ ਉਸ ਨੂੰ ਉਸਦੇ ਪਤੀ ਦੇ ਨਾਲ ਹੀ ਚਿਤਾ ਵਿੱਚ ਸਾੜ ਦਿੰਦੇ ਸਨ। ਤਾਂ 1829 ਦੇ ਵਿੱਚ ਇੱਕ ਕਾਨੂੰਨ ਬਣਾ ਕੇ ਇਸ ਪ੍ਰਥਾ ਨੂੰ ਖਤਮ ਕੀਤਾ ਗਿਆ ਸੀ। ਕਿਹਾ ਗਿਆ ਸੀ ਜੇਕਰ ਕੋਈ ਵੀ ਵਿਅਕਤੀ ਇਸ ਪ੍ਰਥਾ ਦਾ ਪਾਲਣ ਕਰੇਗਾ ਤਾਂ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। ਤਾਂ 1829 ਤੋਂ ਬਾਅਦ ਭਾਰਤ ਵਿੱਚ ਸਤੀ ਪ੍ਰਥਾ ਇੱਕ ਕਾਨੂੰਨ ਦੇ ਰਾਹੀਂ ਖਤਮ ਹੋਈ। ਫਿਰ 1856 ਦੇ ਵਿੱਚ ਵਿਧਵਾ ਪੁਨਰ ਵਿਆਹ। 1856 ਦੇ ਵਿੱਚ ਵਿਧਵਾ ਪੁਨਰ ਵਿਆਹ ਵਿਵਸਥਾ ਕਾਨੂੰਨ ਬਣਾ ਕੇ ਲਾਗੂ ਕੀਤੀ ਗਈ, ਕਿਉਂਕਿ ਜੇਕਰ ਪਹਿਲਾਂ ਕਿਸੇ 1829 ਤੋਂ ਬਾਅਦ ਉਸ ਤੋਂ ਪਹਿਲਾਂ ਤਾਂ ਔਰਤ ਨੂੰ ਨਾਲ ਹੀ ਸਾੜ ਦਿੰਦੇ ਸਨ, ਪਰ 1829 ਤੋਂ ਬਾਅਦ 1856 ਤੱਕ ਜੇਕਰ ਕਿਸੇ ਔਰਤ ਦਾ ਘਰ ਵਾਲਾ ਮਰ ਜਾਂਦਾ ਸੀ ਤਾਂ ਉਸ ਨੂੰ ਦੁਬਾਰਾ ਵਿਆਹ ਕਰਾਉਣ ਦੀ ਆਗਿਆ ਨਹੀਂ ਸੀ ਅਤੇ ਉਸ ਨੂੰ ਰੰਡੀ ਖਾਨੇ ਵਿੱਚ, ਰੰਡੀ ਭਾਵ ਜਿਸ ਦਾ ਘਰ ਵਾਲੇ ਦੀ ਮੌਤ ਹੋ ਜਾਵੇ, ਉਹਨਾਂ ਔਰਤਾਂ ਦੇ ਲਈ ਵੱਖਰੇ ਰਹਿਣ ਦੇ ਥਾਂ ਬਣਾਏ ਹੋਏ ਸਨ, ਜਿੱਥੇ ਉਹਨਾਂ ਦੀ ਹਾਲਤ ਬਹੁਤ ਹੀ ਮਾੜੀ ਸੀ। ਉਹਨਾਂ ਨਾਲ ਜਾਨਵਰਾਂ ਤੋਂ ਵੀ ਮਾੜਾ ਵਿਵਹਾਰ ਕੀਤਾ ਜਾਂਦਾ ਸੀ, ਕਿਉਂਕਿ ਉਹਨਾਂ ਨੂੰ ਅਪਸ਼ਗਨ ਸਮਝਿਆ ਜਾਂਦਾ ਸੀ ਵੀ ਇਸਨੇ ਆਪਣੇ ਪਤੀ ਨੂੰ ਖਾ ਲਿਆ। ਇਸ ਤਰ੍ਹਾਂ ਇਹ ਬੁਰਾਈ ਵੀ ਮਤਲਬ ਦੁਬਾਰਾ ਵਿਆਹ ਕਰਾਉਣ ਦੀ ਜੋ ਇਜਾਜ਼ਤ ਨਹੀਂ ਸੀ, ਇਸ ਨੂੰ 1856 ਵਿੱਚ ਈਸ਼ਵਰ ਚੰਦਰ ਵਿਦਿਆਸਾਗਰ ਦੇ ਯਤਨਾਂ ਸਦਕਾ ਹੀ ਲਾਗੂ ਕੀਤਾ ਗਿਆ ਸੀ। ਫਿਰ ਇਸੇ ਤਰ੍ਹਾਂ 1961 ਦੇ ਵਿੱਚ ਜੋ ਦਾਜ ਰੋਕੂ ਕਾਨੂੰਨ ਬਣਾਇਆ ਗਿਆ ਕਿ ਦਾਜ ਦੇਣਾ ਅਤੇ ਦਾਜ ਲੈਣਾ ਇੱਕ ਕਾਨੂੰਨੀ ਗੁਨਾਹ ਹੋਵੇਗਾ। ਨਿਆਂਪਾਲਿਕਾ ਦੀ ਨਿਰਪੱਖਤਾ ਤੋਂ ਕੀ ਭਾਵ ਹੈ? ਵਟ ਡੂ ਯੂ ਮੀਨ ਬਾਏ ਇੰਪਾਰਸ਼ੀਅਲ ਜੁਡੀਸ਼ਰੀ? ਨਿਆਂਪਾਲਿਕਾ ਦੀ ਨਿਰਪੱਖਤਾ ਤੋਂ ਭਾਵ ਹੈ ਕਿ ਉਹ ਕਾਰਜਪਾਲਿਕਾ ਜਾਂ ਵਿਧਾਨਪਾਲਿਕਾ ਦੇ ਬਿਨਾਂ ਕਿਸੇ ਦਬਾਅ ਦੇ ਨਿਆਂ ਕਰੇ। ਭਾਵ ਨਿਆਂਪਾਲਿਕਾ ਦੇ ਉੱਤੇ ਕਾਰਜਪਾਲਿਕਾ, ਪ੍ਰਧਾਨ ਮੰਤਰੀ ਅਤੇ ਉਸ ਦਾ ਮੰਤਰੀ ਪਰਿਸ਼ਦ ਅਤੇ ਵਿਧਾਨਪਾਲਿਕਾ ਸੰਸਦ ਦੇ ਕਿਸੇ ਵੀ ਮੈਂਬਰ ਦਾ ਜਾਂ ਜੱਜ ਦੇ ਉੱਪਰ ਪ੍ਰਭਾਵ ਨਾ ਪਵੇ, ਉਹ ਆਪਣੇ ਸੰਵਿਧਾਨ ਦੇ ਅਨੁਸਾਰ ਕੰਮ ਕਰਦਾ ਰਹੇ। ਵੱਡੇ ਕੁਐਸਚਨ ਆ ਗਏ, ਸੰਵਿਧਾਨ ਦੀ ਸਰਬ ਉੱਚਤਾ ਤੋਂ ਕੀ ਭਾਵ ਹੈ? ਵਾਟ ਡੂ ਯੂ ਮੀਨ ਬਾਏ ਸੁਪਰਮੈਸੀ ਆਫ ਦਾ ਕੌਨਸਟੀਟਿਊਸ਼ਨ? ਸੰਵਿਧਾਨ ਨੂੰ ਸਰਵਉੱਚ ਮੰਨਿਆ ਜਾਂਦਾ ਹੈ। ਸੰਵਿਧਾਨ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਦਾ ਮਾਰਗਦਰਸ਼ਕ ਹੈ। ਸਾਰੀਆਂ ਸੰਸਥਾਵਾਂ ਸੰਵਿਧਾਨ ਦੇ ਅਨੁਸਾਰ ਹੀ ਕੰਮ ਕਰਦੀਆਂ ਹਨ, ਕਿਉਂਕਿ ਸੰਵਿਧਾਨ ਇੱਕ ਲਿਖਤੀ ਦਸਤਾਵੇਜ਼ ਹੈ। ਸਾਡੇ ਸਰਕਾਰ ਦੇ 3 ਅੰਗ ਹੁੰਦੇ ਹਨ। ਵਿਧਾਨਪਾਲਿਕਾ ਜੋ ਕਾਨੂੰਨ ਬਣਾਉਂਦੀ ਹੈ, ਭਾਵ ਸੰਸਦ। ਫਿਰ ਕਾਰਜਪਾਲਿਕਾ ਜੋ ਉਸ ਕਾਨੂੰਨ ਨੂੰ ਲਾਗੂ ਕਰਦੀ ਹੈ, ਭਾਵ ਪ੍ਰਧਾਨ ਮੰਤਰੀ ਅਤੇ ਉਸ ਦਾ ਮੰਤਰੀ ਪਰਿਸ਼ਦ। ਲਾਸਟ ਆ ਜਾਂਦਾ ਨਿਆਂਪਾਲਿਕਾ, ਜੋ ਇਹਨਾਂ ਦੇ ਕੰਮਾਂ ਦੀ ਜਾਂਚ ਕਰਦੀ ਹੈ ਕਿ ਇਹ ਦੋਵੇਂ ਕਾਨੂੰਨ ਦੇ ਅਨੁਸਾਰ ਕੰਮ ਕਰਦੇ ਹਨ ਜਾਂ ਨਹੀਂ ਕਰਦੇ ਹਨ। ਤਾਂ ਤੁਹਾਡਾ ਸੰਵਿਧਾਨ ਹੈ, ਤੁਹਾਡੀ ਨਿਆਂਪਾਲਿਕਾ ਹੈ, ਉਹ ਵੀ ਤਾਂ ਸੰਵਿਧਾਨ ਨੂੰ ਪੜ੍ਹ ਕੇ ਹੀ ਵਿਆਖਿਆ ਕਰਦੀ ਹੈ ਕਿ ਕਿਹੜਾ ਕਾਨੂੰਨ ਸੰਵਿਧਾਨ ਦੇ ਅਨੁਸਾਰ ਹੈ ਅਤੇ ਕਿਹੜਾ ਸੰਵਿਧਾਨ ਦੇ ਅਨੁਸਾਰ ਨਹੀਂ ਹੈ। ਇਸ ਤਰ੍ਹਾਂ ਸੰਵਿਧਾਨ ਇਹਨਾਂ ਤਿੰਨਾਂ ਹੀ ਅੰਗਾਂ ਦਾ ਮਾਰਗ ਦਰਸ਼ਕ ਹੈ। ਸਾਡੇ ਭਾਰਤ ਦੀਆਂ ਜੋ ਵੀ ਸੰਸਥਾਵਾਂ ਹਨ, ਚਾਹੇ ਉਹ ਸਰਕਾਰੀ ਨੇ, ਚਾਹੇ ਉਹ ਅਰਧ ਸਰਕਾਰੀ ਨੇ, ਚਾਹੇ ਉਹ ਗੈਰ ਸਰਕਾਰੀ ਨੇ, ਸੰਵਿਧਾਨ ਦੇ ਅਨੁਸਾਰ ਹੀ ਕੰਮ ਕਰਦੀਆਂ ਹਨ। ਜੇਕਰ ਕੋਈ ਸੰਸਥਾ ਸੰਵਿਧਾਨ ਅਨੁਸਾਰ ਕੰਮ ਨਹੀਂ ਕਰਦੀ ਤਾਂ ਨਿਆਂਪਾਲਿਕਾ ਉਸ ਨੂੰ ਗੈਰ ਸੰਵਿਧਾਨਿਕ ਘੋਸ਼ਿਤ ਕਰ ਸਕਦੀ ਹੈ। ਜੇਕਰ ਕੋਈ ਵੀ ਸੰਸਥਾ, ਚਾਹੇ ਉਹ ਸਰਕਾਰੀ ਹੋਵੇ ਚਾਹੇ ਉਹ ਗੈਰ ਸਰਕਾਰੀ ਹੋਵੇ, ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰਦੀ ਤਾਂ ਨਿਆਂਪਾਲਿਕਾ ਉਸ ਨੂੰ ਗੈਰ ਸੰਵਿਧਾਨਿਕ ਘੋਸ਼ਿਤ ਕਰ ਸਕਦੀ ਹੈ। ਭਾਰਤੀ ਸੰਵਿਧਾਨ ਦਾ ਨਿਰਮਾਣ ਕਿਵੇਂ ਹੋਇਆ? ਭਾਰਤੀ ਸੰਵਿਧਾਨ ਨੂੰ ਨਿਯਮਿਤ ਰੂਪ ਦੇਣ ਲਈ 29 ਅਗਸਤ 1947 ਨੂੰ
ਡਾਕਟਰ BR ਅੰਬੇਦਕਰ ਦੀ ਪ੍ਰਧਾਨਗੀ ਹੇਠ ਇੱਕ 7 ਮੈਂਬਰੀ ਮਸੌਦਾ ਕਮੇਟੀ ਬਣਾਈ ਗਈ। ਇਹ 7 ਮੈਂਬਰ ਕਮੇਟੀ ਵਾਜ਼ framed on 29 August 1947 under the leadership of Dr. BR Ambedkar to give a complete shape to the Indian Constitution। ਇਸ ਕਮੇਟੀ ਨੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਤੋਂ ਬਹੁਤ ਸਿਧਾਂਤ ਲਏ। ਜੋ ਸਾਡਾ ਸੰਵਿਧਾਨ ਹੈ, ਸਾਡਾ ਸੰਵਿਧਾਨ ਕਈ ਦੇਸ਼ਾਂ ਤੋਂ ਲਿਆ ਗਿਆ ਹੋਇਆ ਹੈ। ਜਿਵੇਂ ਸਾਡਾ ਸੁਪਰੀਮ ਕੋਰਟ ਦੀ ਵਿਵਸਥਾ ਹੈ, ਸਾਡੇ ਸੁਪਰੀਮ ਕੋਰਟ ਦੀ ਵਿਵਸਥਾ ਸੰਯੁਕਤ ਰਾਜ ਅਮਰੀਕਾ ਤੋਂ ਲਈ ਗਈ ਹੈ। ਸਾਡੇ ਮੌਲਿਕ ਅਧਿਕਾਰ ਹਨ, ਇਹ ਵੀ ਸੰਯੁਕਤ ਰਾਜ ਅਮਰੀਕਾ ਤੋਂ ਲਏ ਗਏ ਹਨ। ਸਾਡੇ ਕਾਨੂੰਨ ਦਾ ਸ਼ਾਸਨ ਹੈ, ਇਹ ਇੰਗਲੈਂਡ ਤੋਂ ਲਿਆ ਗਿਆ। ਭਾਰਤ ਦੇ ਵਿੱਚ ਸੰਸਦੀ ਪ੍ਰਣਾਲੀ ਹੈ, ਇਹ ਵੀ ਇੰਗਲੈਂਡ ਦੇ ਸੰਵਿਧਾਨ ਤੋਂ ਲਈ ਗਈ। ਇਸ ਤਰ੍ਹਾਂ ਹੋਰ ਵੀ ਕਈ ਜੋ ਵੱਖ-ਵੱਖ ਚੀਜ਼ਾਂ ਨੇ, ਇਹਨਾਂ ਨੇ ਕਈ ਦੇਸ਼ਾਂ ਦੇ ਸੰਵਿਧਾਨਾਂ ਦਾ ਨਿਰੀਖਣ ਕੀਤਾ, ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ ਅਤੇ ਜੋ ਇਹਨਾਂ ਨੂੰ ਲੱਗਿਆ ਕਿ ਆਹ ਚੀਜ਼ ਭਾਰਤ ਦੇ ਲੋਕਾਂ ਲਈ ਸਹੀ ਰਹੂਗੀ ਅਤੇ ਉਹ ਚੀਜ਼ਾਂ ਉੱਥੋਂ ਕਾਪੀ ਕੀਤੀਆਂ। ਭਾਵ ਜੋ ਇਹਨਾਂ ਨੂੰ ਲੱਗਿਆ ਕਿ ਵੀ ਇਸ ਦੇਸ਼ ਦੇ ਸੰਵਿਧਾਨ ਦੀ ਆਹ ਵਾਲੀ ਚੀਜ਼, ਆਹ ਵਾਲੀ ਵਿਵਸਥਾ ਭਾਰਤ ਦੇ ਲੋਕਾਂ ਲਈ ਸਹੀ ਹੈ, ਤਾਂ ਇਹਨਾਂ ਨੇ ਉਸ ਚੀਜ਼ ਨੂੰ ਲੈਣ ਤੋਂ ਗੁਰੇਜ਼ ਨਹੀਂ ਕੀਤਾ। ਇਸ ਸੰਵਿਧਾਨ ਸਭਾ ਦੇ ਕੁੱਲ 11 ਸਮਾਗਮ ਹੋਏ। ਇਸ ਨੂੰ ਬਣਨ ਵਿੱਚ 2 ਸਾਲ 11 ਮਹੀਨੇ ਅਤੇ 18 ਦਿਨਾਂ ਵਿੱਚ 2 ਸਾਲ 11 ਮਹੀਨੇ ਅਤੇ 18 ਦਿਨਾਂ ਵਿੱਚ ਭਾਰਤੀ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ। 2 ਸਾਲ 11 ਮਹੀਨੇ 18 ਦਿਨ ਵਿੱਚ ਭਾਰਤੀ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ। ਇਹ ਡੰਡੀ ਹੈ, ਕਦੇ ਤੁਸੀਂ ਇਸ ਨੂੰ ਇੱਕ ਸਮਝ ਲਵੋ, ਇਹ ਡੰਡੀ ਹੈ। ਇਸ ਤੋਂ ਅੱਗੇ ਭਾਰਤ 'ਚ ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਕਿਵੇਂ ਬਣਾਇਆ ਗਿਆ ਹੈ। ਭਾਰਤ 'ਚ ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਬਣਾਉਣ ਲਈ ਸੰਵਿਧਾਨ ਰਾਹੀਂ ਕਈ ਕਦਮ ਚੁੱਕੇ ਗਏ ਹਨ। ਨਿਆਂਪਾਲਿਕਾ ਨੂੰ ਨਿਆਇਕ ਪੁਨਰ ਨਿਰੀਖਣ ਦਾ ਅਧਿਕਾਰ ਪ੍ਰਾਪਤ ਹੈ। ਨਿਆਇਕ ਪੁਨਰ ਨਿਰੀਖਣ ਹੁੰਦਾ ਜੇਕਰ ਜੋ ਵੀ ਕਾਨੂੰਨ ਬਣਦਾ ਉਹ ਉਸ ਦਾ ਨਿਰੀਖਣ ਕਰ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਨਿਆਂਪਾਲਿਕਾ ਕੋਈ ਕਿਸੇ ਚੀਜ਼ ਦਾ ਆਦੇਸ਼ ਦਿੰਦਾ ਹੈ ਤਾਂ ਉਹ ਉਸ ਨੂੰ ਆਪਣੇ ਦਿੱਤੇ ਹੋਏ ਬਿਆਨ ਨੂੰ ਦੁਬਾਰਾ ਵੀ ਉਸ ਦਾ ਨਿਰੀਖਣ ਕਰ ਸਕਦਾ ਹੈ। ਜੋ ਸਭ ਤੋਂ ਅਹਿਮ ਗੱਲ ਹੈ ਸੁਤੰਤਰ ਅਤੇ ਨਿਰਪੱਖ ਹੋਣ ਵਾਲੀ, ਉਹ ਹੈ ਜੱਜਾਂ ਦੀ ਨਿਯੁਕਤੀ। ਜੱਜਾਂ ਦੀ ਨਿਯੁਕਤੀ, ਤਨਖਾਹ, ਭੱਤੇ, ਕਾਰਜਕਾਲ ਬਾਕੀ ਕਰਮਚਾਰੀਆਂ ਤੋਂ ਵੱਖ ਕੀਤੇ ਗਏ ਹਨ। ਜੋ ਜੱਜਾਂ ਦੀ ਨਿਯੁਕਤੀ ਹੁੰਦੀ ਹੈ, ਉਹਨਾਂ ਦਾ ਜੋ ਕਾਰਜਕਾਲ ਹੁੰਦਾ ਹੈ, ਉਹਨਾਂ ਦੇ ਭੱਤੇ, ਉਹਨਾਂ ਦੀਆਂ ਤਨਖਾਹਾਂ ਬਾਕੀ ਸਾਰੇ ਕਰਮਚਾਰੀਆਂ ਤੋਂ ਵੱਖ ਹੁੰਦੀਆਂ ਹਨ। ਇਹਨਾਂ ਦੀ ਜੋ ਤਨਖਾਹ ਹੁੰਦੀ ਹੈ ਉਹ ਭਾਰਤ ਦੀ ਸੰਚਿਤ ਨਿਧੀ ਫੰਡ ਵਿੱਚੋਂ ਦਿੱਤੀ ਜਾਂਦੀ ਹੈ। ਇਹਨਾਂ ਦੀ ਤਨਖਾਹ ਇਹਨਾਂ ਦੇ ਕਾਰਜਕਾਲ ਦੇ ਦੌਰਾਨ ਘਟਾਈ ਨਹੀਂ ਜਾ ਸਕਦੀ। ਜੱਜਾਂ ਦੀ ਨਿਯੁਕਤੀ ਇੱਕ ਨਿਯਮ ਦੇ ਅਨੁਸਾਰ ਹੁੰਦੀ ਹੈ। ਇਸ ਤਰ੍ਹਾਂ ਨਹੀਂ ਹੈ ਵੀ ਜਿਸ ਨੂੰ ਦਿਲ ਕੀਤਾ ਉਸ ਨੂੰ ਜੱਜ ਬਣਾ ਦਿੱਤਾ। ਜੱਜਾਂ ਦੀ ਨਿਯੁਕਤੀ ਦੇ ਵਿੱਚ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਦੀ ਕੋਈ ਭੂਮਿਕਾ ਨਹੀਂ ਹੁੰਦੀ। ਇਹਨਾਂ ਦੀ ਨਿਯੁਕਤੀ ਜੋ ਨਿਸ਼ਚਿਤ ਕਾਨੂੰਨ ਨੇ ਇੱਕ ਜੱਜ ਬਣਨ ਦੇ, ਉਸ ਦੇ ਅਨੁਸਾਰ ਹੀ ਹੁੰਦੀ ਹੈ। ਸ਼ਰਾਬਬੰਦੀ ਤੋਂ ਕੀ ਭਾਵ ਹੈ? ਸ਼ਰਾਬਬੰਦੀ ਤੋਂ ਭਾਵ ਸ਼ਰਾਬ ਦੇ ਵੇਚਣ, ਬਣਾਉਣ ਅਤੇ ਪੀਣ 'ਤੇ ਕਾਨੂੰਨ ਅਨੁਸਾਰ ਮੁਕੰਮਲ ਪਾਬੰਦੀ ਤੋਂ ਹੈ ਕਿ ਸ਼ਰਾਬ ਨੂੰ ਵੇਚਣਾ ਨਹੀਂ, ਸ਼ਰਾਬ ਨੂੰ ਬਣਾਉਣਾ ਨਹੀਂ ਅਤੇ ਸ਼ਰਾਬ ਨੂੰ ਪੀਣਾ ਨਹੀਂ। ਕਿਉਂਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸ਼ਰਾਬਬੰਦੀ ਨੂੰ ਸਖਤੀ ਨਾਲ ਲਾਗੂ ਕਰੇ, ਕਿਉਂਕਿ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ। ਸ਼ਰਾਬ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਕਾਨੂੰਨ ਨੂੰ ਬੜੀ ਸਖਤੀ ਦੇ ਨਾਲ ਲਾਗੂ ਕਰੇ। ਇਸ ਤਰ੍ਹਾਂ ਅਸੀਂ ਪਾਠ ਨੰਬਰ 24 ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਰਾਹੀਂ ਕੀਤੇ। ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਸ਼ੇਅਰ ਕਰੋ ਤਾਂ ਜੋ ਉਹ ਆਪਣਾ ਕੰਮ ਕਰ ਸਕਣ ਅਤੇ ਜੋ ਟੈਸਟ ਹੋ ਰਹੇ ਨੇ ਜੁਲਾਈ ਦੇ, ਉਹਨਾਂ ਦੇ ਲਈ ਉਹਨਾਂ ਦਾ ਕੰਮ ਪੂਰਾ ਹੋ ਸਕੇ ਅਤੇ ਉਹ ਆਪਣੇ ਟੈਸਟ ਪੜ੍ਹ ਕੇ ਵਧੀਆ ਦੇ ਸਕਣ। ਧੰਨਵਾਦ।